हाँ जी, गेटवे टू इंग्लिश चैनल ਤੇ ਤੁਹਾਡਾ ਨਿੱਘਾ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੀ ਡਿਮਾਂਡ ਤੇ ਅੱਜ ਜਮਾਤ 8ਵੀਂ ਦੀ ਜੋ ਮਾਈ ਇੰਗਲਿਸ਼ ਵਰਕਬੁੱਕ ਹੈ ਉਸ ਦੇ ਵਿੱਚ ਪਹਿਲੇ 6 ਲੈਸਨਸ ਦੇ ਵਿੱਚ ਜਿੰਨਾ ਵੀ ਰਾਈਟਿੰਗ ਸਕਿੱਲਸ ਦਾ ਜੋ ਪਾਰਟ ਹੈ ਉਸ ਨੂੰ ਕਵਰ ਕਰਾਂਗੇ, ਕਿਉਂਕਿ ਇਹ ਰਹਿ ਗਿਆ ਸੀ ਤੇ ਬਹੁਤ ਸਾਰੇ ਵਿਦਿਆਰਥੀ ਜੋ ਹੈ ਕਮੈਂਟਸ ਕਰ ਰਹੇ ਨੇ ਚੈਨਲ ਦੇ ਉੱਪਰ ਕਿ ਲੈਸਨ ਨੰਬਰ 1 ਤੋਂ 6 ਤੱਕ ਜਿੰਨਾ ਵੀ ਰਾਈਟਿੰਗ ਸਕਿੱਲ ਹੈ, ਪੈਰਾਗ੍ਰਾਫ, ਐਸੇ, ਲੈਟਰ ਵਗੈਰਾ ਹੈਗੇ ਨੇ ਕਿ ਉਹ ਜ਼ਰੂਰ ਜੋ ਹੈ ਬੱਚਿਆਂ ਨੂੰ ਕਰਵਾਏ ਜਾਣ। ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਇਹ ਸਾਰਾ ਰਾਈਟਿੰਗ ਪਾਰਟ ਜੋ ਹੈ, ਰਾਈਟਿੰਗ ਸਕਿੱਲ ਹੈ, ਕੰਪੋਜੀਸ਼ਨ ਜੋ ਉਸ ਨੂੰ ਕਵਰ ਕਰਨ ਜਾ ਰਹੇ ਹਾਂ ਜੀ। ਸਭ ਤੋਂ ਪਹਿਲਾਂ ਦੇਖੋ ਤੁਸੀਂ ਇਹ ਪੇਜ ਨੰਬਰ ਤੁਹਾਡੀ ਵਰਕਬੁੱਕ ਦੇ ਵਿੱਚ ਬੇਟਾ 4 ਤੇ ਦਿੱਤਾ ਹੋਇਆ ਇਹ, ਠੀਕ ਹੈ, ਪੇਜ ਨੰਬਰ 4 ਹੈ ਇਹ। ਇੱਥੇ ਜੋ ਹੈ ਇਹ ਕੁਐਸਚਨ ਸੀਗਾ, ਦੇਖੋ ਇਨ ਦ ਲੈਸਨ ਵੈਲਿਊ ਆਫ ਮਨੀ ਦ ਨਰੇਟਰ ਵਾਂਟਸ ਟੂ ਬਾਏ ਅ ਨਿਊ ਕੰਪਿਊਟਰ। ਸਪੋਜ਼ ਯੂ ਵਾਂਟ ਟੂ ਬਾਏ ਸਮ ਲੇਟੈਸਟ ਮੋਬਾਈਲ ਫੋਨ, you are obsessed with that mobile phone but your parents refuse to buy it for you. What happens next? Write about the incident in the form of a story. ਇਹ ਜੋ ਹੈ ਸਟੋਰੀ ਦੀ ਫਾਰਮ ਦੇ ਵਿੱਚ ਲਿਖਣਾ ਸੀ ਕਿ ਤੁਸੀਂ ਜੋ ਹੈ ਮੋਬਾਈਲ ਫੋਨ ਲੈਣਾ ਚਾਹੁੰਦੇ ਸੀਗੇ, ਠੀਕ ਹੈ, ਤੇ ਤੁਹਾਡੇ ਪੇਰੈਂਟਸ ਤੁਹਾਨੂੰ ਮਨਾ ਕਰ ਦਿੰਦੇ ਨੇ। ਜਿਵੇਂ ਇੱਕ ਇਸ ਲੈਸਨ ਦੇ ਵਿੱਚ ਵੈਲਿਊ ਆਫ ਮਨੀ ਲੈਸਨ ਦੇ ਵਿੱਚ ਜੋ ਰਾਈਟਰ ਹੈ, ਲੇਖਿਕਾ ਹੈ, ਉਸਦੇ ਪੇਰੈਂਟਸ ਉਸ ਨੂੰ ਮਨਾ ਕਰ ਦਿੰਦੇ ਨੇ, ਠੀਕ ਹੈ, ਤੇ ਫਿਰ ਉਹ ਘਰ ਦਾ ਕੰਮ ਕਰਦੀ ਹੈ ਤੇ ਕੰਪਿਊਟਰ ਜੋਗੇ ਪੈਸੇ ਇਕੱਠੇ ਕਰਦੀ ਹੈ। ਸੋ ਇਸੇ ਤਰ੍ਹਾਂ ਜੇ ਮੰਨ ਲਓ ਤੁਸੀਂ ਓਬਸੈਸਡ ਹੋ ਗਏ ਇੱਕ ਮੋਬਾਈਲ ਫੋਨ ਨਾਲ ਤੇ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਮਨਾ ਕਰ ਦਿੱਤਾ, ਤਾਂ ਤੁਸੀਂ ਕੀ ਕੀਤਾ ਕਿ ਕੀ ਹੋਇਆ, ਇਹ ਘਟਨਾ ਦਾ ਵਰਣਨ ਸਟੋਰੀ ਦੇ ਰੂਪ ਦੇ ਵਿੱਚ ਆਪਾਂ ਨੇ ਲਿਖਣਾ ਸੀ। ਸੋ ਇਹ ਮੈਂ ਤੁਹਾਡੇ ਲਈ ਲਿਖ ਦਿੱਤਾ ਹੈ, ਇੱਥੋਂ ਤੁਸੀਂ ਨੋਟ ਕਰ ਸਕਦੇ ਹੋ। ਵਨਸ ਅਪੋਨ ਅ ਟਾਈਮ ਆਈ ਵਾਜ਼ ਓਬਸੈਸਡ ਵਿਦ ਐਪਲ ਆਈਫੋਨ 12 ਪ੍ਰੋ। ਇੱਕ ਵਾਰ ਮੈਂ ਜੋ ਹੈ ਜਿਹੜਾ 12 ਪ੍ਰੋ ਆਈਫੋਨ ਹੈ ਐਪਲ ਦਾ, ਠੀਕ ਹੈ, ਉਸ ਦੇ ਲਈ ਜ਼ਿਆਦਾ ਓਬਸੈਸਡ ਹੋ ਗਿਆ ਸੀ ਕਿ ਮੈਂ ਖਰੀਦਣਾ ਹੀ ਖਰੀਦਣਾ ਹੈ, ਠੀਕ ਹੈ। ਇਟਸ ਪ੍ਰਾਈਸ ਵਾਜ਼ 1 ਲੱਖ, ਇਸ ਦੀ ਕੀਮਤ ਜੋ 1 ਲੱਖ ਸੀ। ਬਟ ਮਾਈ ਪੇਰੈਂਟਸ ਰਿਫਿਊਜ਼ ਟੂ ਬਾਏ ਇਟ ਫੋਰ ਮੀ। ਪਰੰਤੂ ਮੇਰੇ ਜੋ ਪੇਰੈਂਟਸ ਸੀ, ਮਾਪੇ ਸੀ, ਉਹਨਾਂ ਨੇ ਮੈਨੂੰ ਜੋ ਹੈ ਇਹ ਖਰੀਦ ਕੇ ਦੇਣ ਤੋਂ ਕੀ ਕਰ ਦਿੱਤਾ, ਮਨਾ ਕਰ ਦਿੱਤਾ। ਦੇ ਆਸਕਡ ਮੀ ਟੂ ਕੰਸਨਟਰੇਟ ਔਨ ਸਟੱਡੀਜ਼। ਉਹਨਾਂ ਨੇ ਕਿਹਾ ਵੀ ਮੈਂ ਆਪਣੇ ਜੋ ਹੈ ਪੜ੍ਹਾਈ 'ਤੇ ਧਿਆਨ ਦੇਵਾਂ। ਦੈਨ ਆਈ ਟੈਲੀਫੋਨਡ ਮਾਈ ਮੈਟਰਨਲ ਅੰਕਲ। ਫਿਰ ਮੈਂ ਮੇਰੇ ਆਪਣੇ ਮਾਮਾ ਜੀ ਕੋਲ ਮੈਂ ਫ਼ੋਨ ਕੀਤਾ। ਹੀ ਅਗਰੀਡ ਟੂ ਗਿਫਟ ਮੀ ਆਈਫੋਨ ਔਨ ਮਾਈ ਬਰਥਡੇ। ਉਹ ਜੋ ਹੈ ਮੇਰੇ ਬਰਥਡੇ 'ਤੇ, ਜਨਮ ਦਿਨ 'ਤੇ ਮੈਨੂੰ ਆਈਫੋਨ ਦੇਣ ਲਈ ਸਹਿਮਤ ਹੋ ਗਏ। ਫਾਈਨਲੀ ਆਈ ਗੋਟ ਇਟ। ਅੰਤ ਵਿੱਚ ਮੈਨੂੰ ਇਹ ਆਖਿਰ ਇਹ ਮੈਨੂੰ ਮਿਲ ਹੀ ਗਿਆ। ਇਟ ਬਿਕੇਮ ਪਾਰਟ ਆਫ ਮਾਈ ਸਟੱਡੀਜ਼। ਇਹ ਮੇਰੀ ਜੋ ਹੈ ਪੜ੍ਹਾਈ ਦਾ ਪਾਰਟ ਬਣ ਗਿਆ, ਅਧਿਅਨ ਦਾ ਹਿੱਸਾ ਬਣ ਗਿਆ। ਇਸ ਦਾ ਮੈਂ ਮਤਲਬ ਸਹੀ ਯੂਜ਼ ਕੀਤਾ। ਵਿਦ ਇਟਸ ਹੈਲਪ ਆਈ ਸਟੂਡ ਫਸਟ ਇਨ ਦਾ ਕਲਾਸ। ਜਮਾਤ ਦੇ ਵਿੱਚ ਪਹਿਲੇ ਨੰਬਰ 'ਤੇ ਆਇਆ ਇਸ ਦੀ ਹੈਲਪ ਨਾਲ, ਠੀਕ ਹੈ। ਆਈ ਕੋਰਡੀਅਲੀ ਥੈਂਕਡ ਮਾਈ ਅੰਕਲ। ਮੈਂ ਦਿਲੋਂ ਆਪਣੇ ਅੰਕਲ ਦਾ ਯਾਨੀ ਕਿ ਮਾਮਾ ਜੀ ਦਾ ਧੰਨਵਾਦ ਕੀਤਾ। ਇਹ ਸੀ ਤੁਹਾਡਾ, ਠੀਕ ਹੈ। ਨੈਕਸਟ ਦੇਖੋ, ਇਹ ਬੇਟਾ ਆਲਰੇਡੀ ਕੀਤਾ ਹੋਇਆ ਆਪਾਂ ਨੇ, ਇਹ ਤਾਂ ਫਿਲ ਹੈ। ਆਪਾਂ ਸਿਰਫ ਰਾਈਟਿੰਗ ਸਕਿੱਲ ਦੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ। ਤੇ ਇੱਕ ਇਹ ਪਾਰਟ ਸੀਗਾ ਰਾਈਟਿੰਗ ਲਈ ਤੁਹਾਡੇ ਕੋਲ। ਔਨ ਦ ਬੇਸਿਸ ਆਫ ਦ ਰੀਡਿੰਗ ਆਫ ਦ ਚੈਪਟਰ ਵੈਲਿਊ ਆਫ ਮਨੀ ਰਾਈਟ ਅ ਪੈਰਾਗ੍ਰਾਫ ਔਨ। ਅੱਜ ਇੱਥੇ ਲਿਖਣਾ ਸੀ ਆਪਾਂ ਦੇ ਕੁਐਸਚਨ ਹੈ, ਵਟ ਆਫਰ ਡਿਡ ਦ ਪੇਰੈਂਟਸ ਗਿਵ ਟੂ ਦੀ ਨਰੇਟਰ। ਲੇਖਿਕਾ ਨੂੰ ਉਸਦੇ ਪੇਰੈਂਟਸ ਨੇ ਕੀ ਆਫਰ ਕੀਤੀ। ਵਟ ਡਿਡ ਸ਼ੀ ਡੂ ਐਂਡ ਹਾਊ। ਉਸਨੇ ਕੀ ਕੀਤਾ ਤੇ ਕਿਵੇਂ ਕੀਤਾ, ਠੀਕ ਹੈ। ਇੱਕ ਲਾਈਨ ਪਹਿਲਾਂ ਇੱਥੇ ਆਨਸਰ ਦੇ ਵਿੱਚ ਸ਼ੁਰੂਆਤ ਦਿੱਤੀ ਹੋਈ ਹੈ। ਦ ਪੇਰੈਂਟਸ ਆਫਰ ਦ ਨਰੇਟਰ ਟੂ ਡੂ ਹਾਊਸ ਚੋਸ ਟੂ ਅਰਨ ਮਨੀ, ਠੀਕ ਹੈ। ਪੇਰੈਂਟਸ ਨੇ, ਮਾਪਿਆਂ ਨੇ ਲੇਖਿਕਾ ਨੂੰ ਕਿਹਾ ਕਿ ਤੂੰ ਘਰ ਦੇ ਕੰਮ ਕਰ ਤੇ ਪੈਸੇ ਕਮਾ। ਪੈਸੇ ਕਮਾਉਣ ਲਈ ਘਰ ਦੇ ਕੰਮ ਕਰਨ ਦੀ ਉਹਨਾਂ ਨੇ ਪੇਸ਼ਕਸ਼ ਕੀਤੀ ਸੀ। ਸ਼ੀ ਵਰਕਡ ਹਾਰਡ। ਉਸਨੇ ਸਖਤ ਮਿਹਨਤ ਕੀਤੀ। ਸ਼ੀ ਵੁੱਡ ਡੂ ਦਾ ਡਿਸ਼ਿਜ਼ ਥਰਾਈਸ ਅ ਡੇ। ਇੱਥੇ ਡੇ ਹੈ ਬੇਟਾ, ਇਹ DAY ਹੈ, ਡੇ, ਠੀਕ ਹੈ। ਉਸਨੇ 3 ਵਾਰ, ਦਿਨ ਦੇ ਵਿੱਚ 3 ਵਾਰ ਜੋ ਹੈ ਭਾਂਡੇ ਬਰਤਨ ਵਗੈਰਾ ਜੋ ਹੈ ਸਾਫ਼ ਕੀਤੇ। ਸ਼ੀ ਵੁੱਡ ਟੇਕ ਦ ਗਾਰਬੇਜ ਆਊਟ। ਉਹ ਜੋ ਹੈ ਕੂੜਾ ਕਚਰਾ ਉਸ ਨੂੰ ਵੀ ਬਾਹਰ ਲੈ ਕੇ ਜਾਂਦੀ। ਸ਼ੀ ਵੁੱਡ ਮੋ ਦਾ ਲੌਨ ਔਨ ਦਾ ਵੀਕ ਐਂਡਸ, ਠੀਕ ਹੈ। ਹਫਤੇ ਦੇ ਅੰਤ ਵਿੱਚ ਉਹ ਜੋ ਹੈ ਆਪਣਾ ਜੋ ਬਗੀਚਾ ਸੀ, ਉਹਨਾਂ ਦਾ ਲੌਨ ਸੀ, ਉਸਦੇ ਘਾਹ ਦੀ ਵੀ ਕਟਾਈ ਕਰਦੀ ਸੀ, ਉਹ ਕਟਿੰਗ ਕਰਦੀ ਸੀ। MOW ਮੋ ਮਤਲਬ ਘਾਹ ਨੂੰ ਕਟਿੰਗ ਕਰਨਾ ਹੁੰਦਾ, ਠੀਕ ਹੈ। ਦਸ ਇਸ ਤਰ੍ਹਾਂ ਸ਼ੀ ਅਰਨਡ ਐਨਫ ਟੂ ਬਾਏ ਦਾ ਬੈਲ ਕੰਪਿਊਟਰ। ਇਸ ਤਰ੍ਹਾਂ ਬੈਲ ਕੰਪਿਊਟਰ ਖਰੀਦਣ ਲਈ ਉਸਨੇ ਜੋ ਹੈ ਕਾਫੀ ਪੈਸੇ ਇਕੱਠੇ ਕਰ ਲਏ, ਇੰਨੇ ਇਕੱਠੇ ਕਰ ਲਏ ਕਿ ਉਹ ਬੈਲ ਕੰਪਿਊਟਰ ਖਰੀਦ ਸਕਦੀ ਸੀ, ਠੀਕ ਹੈ ਬੇਟਾ। ਇਹ ਕੰਪਲੀਟ ਹੋ ਗਿਆ ਤੁਹਾਡਾ ਫਸਟ ਲੈਸਨ ਹੋ ਗਿਆ। ਉਸ ਤੋਂ ਬਾਅਦ ਇਹ ਤਾਂ ਕਲੀਅਰ, ਸਪੀਕਿੰਗ ਸਕਿੱਲ ਦੀ ਕੋਈ ਇੰਨੀ ਜ਼ਰੂਰਤ ਨਹੀਂ ਹੈ। ਇਸ ਰਾਈਟਿੰਗ ਸਕਿੱਲ ਦਾ ਅਗਲਾ ਪਾਰਟ ਆਪਣੇ ਕੋਲ ਸੀ, ਰਾਈਟ ਅ ਲੈਟਰ ਟੂ ਯੂਰ ਫਰੈਂਡ ਟੈਲਿੰਗ ਹਿਮ ਇਲ ਇਫੈਕਟਸ ਆਫ ਦਾ ਯੂਜ਼ ਆਫ ਪਲਾਸਟਿਕ, ਠੀਕ ਹੈ। ਇਹ ਬੇਟਾ ਆਪਣੇ ਲੈਟਰ ਜੋ ਹੈ ਲਿਖਣਾ ਸੀ। ਇੱਥੇ ਸਪੇਸ ਘੱਟ ਸੀ, ਇਸ ਕਰਕੇ ਮੈਂ ਜੋ ਹੈ ਇਸ ਨੂੰ ਅਲੱਗ ਪੇਜ ਦੇ ਨਾਲ ਲਿਖ ਕੇ ਇੱਥੇ ਅਟੈਚ ਕੀਤਾ ਹੋਇਆ ਹੈ। ਤੁਸੀਂ ਇੱਥੋਂ ਨੋਟ ਕਰੋਗੇ ਇਹ, ਠੀਕ ਹੈ। ਇੱਥੇ ਤੁਸੀਂ ਕੋਈ ਵੀ ਐਡਰੈਸ ਲਿਖ ਲਓਗੇ, ਆਪਣਾ ਕੋਈ ਵੀ ਮਰਜ਼ੀ ਐਡਰੈਸ ਲਿਖ ਸਕਦੇ ਹੋ। ਇੱਥੇ ਮੈਂ ਲਿਖਿਆ ਹੋਇਆ ਮਾਡਲ ਟਾਊਨ ਪਟਿਆਲਾ ਦਾ ਐਡਰੈਸ ਹੈ ਇਹ, ਠੀਕ ਹੈ। ਡੇਟ ਆਪਾਂ ਇੱਥੇ ਲਿਖਾਂਗੇ। ਉਸ ਤੋਂ ਬਾਅਦ ਡੀਅਰ ਫਰੈਂਡ ਅਰਮਾਨ,
I am fine here and the same hope the same for you. I want to share with you an exciting news. ठीक है, I took part in say no to plastic campaign. ठीक है, इस कैंपेन ਦੇ ਵਿੱਚ ਮੈਂ ਹਿੱਸਾ ਲਿਆ. Our teachers told us about the ill effects of plastic debris. ठीक है, it pollutes soil and oceans. Plastic releases toxic when burnt. It blocks drains. It causes the death of birds and animals. Then it is non biodegradable. ਕੀ ਹੈ, ਨੋਨ ਬਾਇਓਡਿਗਰੇਡੇਬਲ ਹੈ, ਇਹ ਗਲਦੀ ਨਹੀਂ ਛੇਤੀ ਛੇਤੀ. ਠੀਕ ਹੈ, ਸੋ ਵੀ ਸ਼ੁੱਡ ਰਿਡਿਊਸ ਦਾ ਯੂਜ਼ ਆਫ ਪਲਾਸਟਿਕ. ਇਸ ਲਈ ਸਾਨੂੰ ਪਲਾਸਟਿਕ ਦੇ ਜਿਹੜੀ ਵਰਤੋਂ ਉਸਨੂੰ ਘੱਟ ਕਰ ਦੇਣਾ ਚਾਹੀਦਾ ਹੈ. ਆਈ ਹੋਪ ਯੂ ਵਿਲ ਸਪੋਰਟ ਦਿਸ ਕੈਂਪੇਨ. ਮੈਨੂੰ ਉਮੀਦ ਹੈ ਕਿ ਤੁਸੀਂ ਇਸ ਕੈਂਪੇਨ ਨੂੰ ਸਪੋਰਟ ਕਰੋਗੇ. ਠੀਕ ਹੈ, ਅਤੇ ਪੇ ਮਾਈ ਰਿਗਾਰਡਸ ਟੂ ਅੰਕਲ ਐਂਡ ਆਂਟ. ਅਤੇ ਆਪਣੇ ਅੰਕਲ ਅਤੇ ਆਂਟੀ ਨੂੰ ਜੋ ਹੈ ਮੇਰੇ ਵੱਲੋਂ ਜੋ ਹੈ ਰਿਗਾਰਡਸ ਕਹਿਣਾ, ਆਦਰ ਸਤਿਕਾਰ ਦੇਣਾ. ਠੀਕ ਹੈ, ਯੋਰਸ ਲਵਿੰਗਲੀ ਜਤਿਨ. ਇੱਥੇ ਕੋਈ ਵੀ ਤੁਸੀਂ ਨਾਮ ਆਪਣਾ ਲਿਖ ਸਕਦੇ ਹੋ. ਸੋ ਇਹ ਸੀ ਤੁਹਾਡਾ ਲੈਟਰ ਕੰਪਲੀਟ ਹੋ ਗਿਆ ਹੈ. ਠੀਕ ਹੈ ਬੇਟਾ, ਚਲੀਏ ਅੱਗੇ ਚੱਲਦੇ ਹਾਂ ਆਪਾਂ. ਇਹ ਆਲਰੇਡੀ ਕੀਤਾ ਹੋਇਆ ਆਪਾਂ ਨੇ, ਪਹਿਲੀ ਵੀਡੀਓਜ਼ ਚੈਨਲ 'ਤੇ ਪਈਆਂ ਹੋਈਆਂ ਨੇ, ਤੁਸੀਂ ਦੇਖ ਵੀ ਚੁੱਕੇ ਹੋ, ਫਿਲ ਕਰ ਚੁੱਕੇ ਹੋ. ਉਸ ਨੂੰ ਪੜ੍ਹਨ ਤੋਂ ਬਾਅਦ ਹੀ ਤੁਸੀਂ ਕਮੈਂਟਸ ਕਰ ਰਹੇ ਸੀ ਰਾਈਟਿੰਗ ਸਕਿੱਲ ਬਾਰੇ. ਸੋ ਅਜੇ ਰਾਈਟਿੰਗ ਸਕਿੱਲ ਦਾ ਮੈਂ ਤੁਹਾਡਾ ਫਸਟ 6 ਲੈਸਨ ਬਿਲਕੁਲ ਕੰਪਲੀਟ ਇੱਥੇ ਕਰ ਰਿਹਾ. ਬਾਕੀ ਅੱਗੇ 7ਵਾਂ 8ਵਾਂ 9ਵਾਂ 10ਵਾਂ 11ਵਾਂ 12ਵਾਂ ਲੈਸਨ ਹੈ, ਉਹ ਵੀ ਜੋ ਹੈ ਚੈਨਲ 'ਤੇ ਅਪਲੋਡ ਹੋ ਗਏ ਨੇ. ਉਹ ਬਿਲਕੁਲ ਕੰਪਲੀਟ ਨੇ ਵਿਦ ਰਾਈਟਿੰਗ ਸਕਿੱਲ. ਉਸ ਦੇ ਵਿੱਚ ਜੋ ਹੈ ਕੰਪੋਜੀਸ਼ਨ ਵਾਲਾ ਪਾਰਟ ਵੀ ਪਹਿਲਾਂ ਹੀ ਜੋ ਹੈ ਆਲਰੇਡੀ ਸੋਲਵ ਕੀਤਾ ਹੋਇਆ ਹੈ, ਉੱਥੋਂ ਤੁਸੀਂ ਕਰ ਸਕਦੇ ਹੋ. ਠੀਕ ਹੈ, ਆਹ ਦੇਖੋ ਇਹ ਕੀ ਹੈ, ਦੇਖੋ ਰਾਈਟਿੰਗ ਸਕਿੱਲ ਦਾ ਇਹ ਹੈਗਾ. ਔਨ ਦ ਬੇਸਿਸ ਆਫ ਦ ਫਲੋਇੰਗ ਮਾਈਂਡ ਮੈਪ ਰਾਈਟ ਸਮੋਲ ਪੈਰਾਗ੍ਰਾਫ ਔਨ ਦ ਰੋਲ ਆਫ ਅ ਮਦਰ ਇਨ ਏ ਫੈਮਿਲੀ. ਠੀਕ ਹੈ, ਇੱਕ ਪਰਿਵਾਰ ਦੇ ਵਿੱਚ ਮਾਤਾ ਦੇ ਰੋਲ ਬਾਰੇ ਜੋ ਆਪਾਂ ਨੇ ਪੈਰਾਗ੍ਰਾਫ ਲਿਖਣਾ ਹੈ. ਇਹ ਪੈਰਾਗ੍ਰਾਫ ਇੱਥੋਂ ਆਪਾਂ ਸ਼ੁਰੂ ਕੀਤਾ, ਇੱਥੋਂ ਲਿਖ ਲਓ ਤੁਸੀਂ. ਠੀਕ ਹੈ, ਅ ਮਦਰ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਅ ਫੈਮਿਲੀ. ਇੱਕ ਪਰਿਵਾਰ ਵਿੱਚ ਮਾਤਾ ਇੱਕ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ. ਸ਼ੀ ਇਜ਼ ਕਾਲਡ ਹੋਮ ਮੇਕਰ. ਉਸਨੂੰ ਹੋਮ ਮੇਕਰ ਕਿਹਾ ਜਾਂਦਾ ਬੇਟਾ, ਘਰ ਨੂੰ ਬਣਾਉਣ ਵਾਲੀ ਉਹੀ ਹੁੰਦੀ ਹੈ. ਠੀਕ ਹੈ, ਸ਼ੀ ਇਜ਼ ਆਲਵੇਜ਼ ਫਰੈਂਡਲੀ. ਉਹ ਹਮੇਸ਼ਾ ਦੋਸਤਾਨਾ ਰਹਿੰਦੀ ਹੈ. ਐਂਡ ਸਪੋਰਟਿਵ. ਠੀਕ ਹੈ, ਹਮੇਸ਼ਾ ਸਹਾਇਤਾ ਕਰਨ ਵਾਲੀ ਹੁੰਦੀ ਹੈ, ਉਹ ਸਹਾਇਤਾ ਕਰਦੀ ਹੈ. ਠੀਕ ਹੈ, ਸ਼ੀ ਪਲੇਜ਼ ਰੋਲ ਆਫ ਅ ਕਾਉਂਸਲਰ ਐਂਡ ਅ ਗਾਈਡ. ਠੀਕ ਹੈ, ਗਾਈਡ ਦਾ ਰੋਲ ਪਲੇ ਕਰਦੀ ਹੈ, ਕਾਉਂਸਲਰ ਦਾ ਰੋਲ ਪਲੇ ਕਰਦੀ ਹੈ. ਠੀਕ ਹੈ, ਦੋਨੋਂ ਰੋਲ ਪਲੇ ਕਰਦੀ ਹੈ ਉਹ. ਸ਼ੀ ਪਲੇਜ਼ ਰੋਲ ਆਫ ਅ ਕਾਉਂਸਲਰ ਐਂਡ ਅ ਗਾਈਡ ਐਜ਼ ਵੈਲ. ਦੈਨ ਸ਼ੀ ਗੈਟਸ ਅਪ ਅਰਲੀ ਇਨ ਦ ਮੋਰਨਿੰਗ. ਉਹ ਸਵੇਰੇ ਜਲਦੀ ਉੱਠ ਜਾਂਦੀ ਹੈ. ਸ਼ੀ ਡਜ਼ ਆਲ ਹਾਊਸ ਚੋਰਸ. ਘਰੇਲੂ ਸਾਰੇ ਕੰਮ ਕਰਦੀ ਹੈ. ਸ਼ੀ ਇਜ਼ ਸਕਿਲਡ ਕੁੱਕ. ਇੱਕ ਨਿਪੁੰਨ ਕੁੱਕ ਹੈ. ਸ਼ੀ ਕੁਕਸ ਡਿਲੀਸ਼ੀਅਸ ਫੂਡ. ਬੜਾ ਸਵਾਦੀ ਭੋਜਨ ਬਣਾਉਂਦੀ ਹੈ. ਹਰ ਲਵ ਇਜ਼ ਆਲਵੇਜ਼ ਅਨਕੰਡੀਸ਼ਨਲ. ਉਸ ਦਾ ਲਵ ਹਮੇਸ਼ਾ ਅਨਕੰਡੀਸ਼ਨਲ ਹੁੰਦਾ ਹੈ, ਕੋਈ ਸ਼ਰਤ ਨਹੀਂ ਹੁੰਦੀ ਹੈਗੀ ਉਸਦੇ ਪਿਆਰ ਦੇ ਵਿੱਚ. ਬਿਨਾਂ ਸ਼ਰਤ ਤੋਂ ਉਹ ਆਪਣਾ ਪਿਆਰ ਸਭਨਾਂ ਨੂੰ ਦਿੰਦੀ ਹੈ. ਸ਼ੀ ਸੈਟਸ ਹੈਲਥੀ ਰੂਲਸ ਐਂਡ ਬਾਊਂਡਰੀਜ਼. ਉਹ ਬਿਲਕੁਲ ਬਹੁਤ ਵਧੀਆ ਜੋ ਹੈ ਨਿਯਮ ਅਤੇ ਆਪਣੇ ਪ੍ਰਤੀਬੰਧ ਜਿਹੜੇ ਹੈ ਉਹ ਸੈੱਟ ਕਰ ਦਿੰਦੀ ਹੈ ਵਿਦ ਦ ਫੈਮਿਲੀ ਮੈਂਬਰ, ਸਾਰੇ ਹੀ ਫੈਮਿਲੀ ਮੈਂਬਰਸ ਨਾਲ. ਠੀਕ ਹੈ, ਸ਼ੀ ਇਜ਼ ਦਾ ਸਟਰੋਂਗੈਸਟ ਇੰਡੀਵਿਜੂਅਲ ਆਫ ਦ ਫੈਮਿਲੀ. ਪਰਿਵਾਰ ਦੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਤਾਕਤਵਰ ਜੋ ਹੈ ਵਿਅਕਤੀ ਉਹੀ ਹੁੰਦੀ ਹੈ. ਸ਼ੀ ਕੀਪਸ ਦਾ ਫੈਮਿਲੀ ਔਰਗਨਾਈਜ਼ਡ. ਉਹ ਠੀਕ ਹੈ, ਪੂਰੇ ਪਰਿਵਾਰ ਨੂੰ ਵਿਵਸਥਿਤ ਕਰਕੇ ਰੱਖਦੀ ਹੈ. ਸੋ ਇਹ ਸੀ ਮਦਰ ਦੇ ਰੋਲ ਬਾਰੇ ਬੇਟਾ ਪੈਰਾਗ੍ਰਾਫ. ਇਹ ਤੁਹਾਡਾ ਕੰਪਲੀਟ ਹੋ ਗਿਆ. ਉਸ ਤੋਂ ਬਾਅਦ ਨੈਕਸਟ ਲੈਸਨ 'ਤੇ ਆਪਾਂ ਚੱਲਦੇ ਹਾਂ. ਦੇਖੋ ਇਹ ਰਾਈਟਿੰਗ ਸਕਿੱਲ ਦਾ ਅਗਲਾ ਆਪਣਾ ਆ ਗਿਆ. ਦੇਖੋ ਇੱਥੇ ਸੀਗਾ ਕੰਪਲੀਟ ਦਾ ਫਲੋਇੰਗ ਡਾਇਲੋਗ. ਇਹ ਡਾਇਲੋਗ ਦਿੱਤਾ ਹੋਇਆ ਹੈ. ਪੇਜ ਨੰਬਰ ਤੁਸੀਂ ਇੱਥੋਂ ਦੇਖ ਸਕਦੇ ਹੋ ਬੇਟਾ, ਉੱਪਰ ਵਾਲੇ ਪੇਜ ਵੀ ਤੁਸੀਂ ਦੇਖ ਕੇ ਕਵਰ ਕਰ ਲਿਓ. 20 ਨੰਬਰ ਪੇਜ ਹੈ ਇਹ ਵਰਕਬੁੱਕ ਦਾ. ਠੀਕ ਹੈ, ਇੱਥੇ ਤੁਹਾਡਾ ਆ ਗਿਆ ਦੇਖੋ ਕੰਪਲੀਟ ਦਾ ਫੋਲੋਇੰਗ ਡਾਇਲੋਗ. ਅਮਰ ਅਤੇ ਅੰਜਲੀ ਦੇ ਵਿਚਕਾਰ ਡਾਇਲੋਗ ਹੈ. ਇਹ ਆਪਾਂ ਨੇ ਕੰਪਲੀਟ ਕਰਨਾ ਸੀ, ਕੋਈ ਬਹੁਤਾ ਮਤਲਬ ਔਖਾ ਨਹੀਂ ਸੀ ਇਹ. ਇਨ ਵਿਚ ਕਲਾਸ ਡੂ ਯੂ ਸਟੱਡੀ. ਉਸਨੇ ਆਨਸਰ ਕੀਤਾ, ਅਮਰ ਨੇ ਪੁੱਛਿਆ ਅਤੇ ਅੰਜਲੀ ਨੇ ਆਨਸਰ ਕੀਤਾ ਆਈ ਐਮ ਸਟੂਡੈਂਟ ਆਫ 8th ਕਲਾਸ, ਕਿ ਮੈਂ 8ਵੀਂ ਜਮਾਤ ਦੀ ਜੋ ਵਿਦਿਆਰਥਣ ਹਾਂ. ਓਕੇ, ਦੈਨ ਅਮਰ ਨੇ ਫਿਰ ਕੁਐਸਚਨ ਪੁੱਛਿਆ ਵਿਚ ਇਜ਼ ਯੂਅਰ ਫੇਵਰੇਟ ਸਬਜੈਕਟ. ਤੁਹਾਡਾ ਜੋ ਹੈ ਮਨਪਸੰਦ ਮਨਭਾਉਂਦਾ ਵਿਸ਼ਾ ਕਿਹੜਾ ਹੈ. ਅੰਜਲੀ ਨੇ ਜਵਾਬ ਦਿੱਤਾ ਇੰਗਲਿਸ਼ ਇਜ਼ ਮਾਈ ਫੇਵਰੇਟ ਸਬਜੈਕਟ. ਤਾਂ ਫਿਰ ਅਮਰ ਨੇ ਪੁੱਛਿਆ ਵਾਈ ਇਜ਼ ਇੰਗਲਿਸ਼ ਯੂਅਰ ਫੇਵਰੇਟ ਸਬਜੈਕਟ, ਕਿ ਇੰਗਲਿਸ਼ ਹੀ ਤੁਹਾਡਾ ਜੋ ਹੈ ਮਨਪਸੰਦ ਵਿਸ਼ਾ ਕਿਉਂ ਹੈ. ਤਾਂ ਅੰਜਲੀ ਨੇ ਕਿਹਾ ਇੰਗਲਿਸ਼ ਈਜ਼ੀ ਟੂ ਅੰਡਰਸਟੈਂਡ ਫॉर ਮੀ, ਮੈਨੂੰ ਅੰਗਰੇਜ਼ੀ ਸਮਝਣੀ ਬੜੀ ਸੌਖੀ ਹੈ ਮੇਰੇ ਲਈ, ਸੋ ਮੈਂ ਇਸ ਕਰਕੇ ਮੇਰਾ ਮਨਪਸੰਦ ਹੈ. ਦੈਨ ਅਮਰ ਨੇ ਫਿਰ ਪੁੱਛਿਆ ਕਿ ਅਮਰ ਕਹਿੰਦਾ ਕਿ ਟੈਲ ਮੀ ਐਨੀ ਅਦਰ ਰੀਜ਼ਨ, ਕਹਿੰਦਾ ਹੋਰ ਕੋਈ ਕਾਰਨ ਹੈ ਇਸ ਦੇ ਪਿੱਛੇ. ਉਹਨੇ ਕਿਹਾ, ਅੰਜਲੀ ਨੇ ਕਿਹਾ ਵੀ ਆਵਰ ਇੰਗਲਿਸ਼ ਟੀਚਰ ਇਜ਼ ਆਲਸੋ ਵੈਰੀ ਗੁੱਡ, ਸਾਡੀ ਜੋ ਅੰਗਰੇਜ਼ੀ ਦੇ ਅਧਿਆਪਕ ਨੇ ਉਹ ਵੀ ਬਹੁਤ ਵਧੀਆ ਨੇ. ਠੀਕ ਹੈ, ਇਸ ਕਰਕੇ ਸੋ ਅਮਰ ਨੇ ਕਿਹਾ ਦੈਟਸ ਨਾਈਸ, ਵੀ ਬਹੁਤ ਵਧੀਆ ਗੱਲ ਹੈ ਤਾਂ. ਦੈਨ ਅੰਜਲੀ ਨੇ ਫਿਰ ਕਿਹਾ ਆਈ ਆਲਸੋ ਵਾਂਟ ਟੂ ਬਿਕਮ ਐਨ ਇੰਗਲਿਸ਼ ਟੀਚਰ,
ਕਹਿੰਦੀ ਮੈਂ ਵੀ ਇੱਕ ਅੰਗਰੇਜ਼ੀ ਅਧਿਆਪਕਾ ਬਣਨਾ ਚਾਹੁੰਦੀ ਹਾਂ। ਠੀਕ ਹੈ ਬੇਟਾ, ਇਹ ਹੋ ਗਿਆ। ਉਸ ਤੋਂ ਬਾਅਦ ਰਾਈਟ ਡਾਊਨ ਦਾ ਟੀਚਿੰਗ ਆਫ ਸੇਂਟ ਰਵਿਦਾਸ ਦੀ ਟੀਚਿੰਗਸ ਬਾਰੇ ਲਿਖਣਾ ਸੀ ਬੇਟਾ ਇਹ। ਠੀਕ ਹੈ, ਇਹ ਮੈਂ ਤੁਹਾਡੇ ਲਈ ਲਿਖ ਦਿੱਤਾ, ਇੱਥੇ ਪੜ੍ਹ ਦੇਣਾ ਇੱਕ ਵਾਰੀ, ਤੁਸੀਂ ਇਸ ਨੂੰ ਜੋ ਹੈ ਆਪਣੀ ਵਰਕਬੁੱਕ ਦੇ ਵਿੱਚ ਫਿਲ ਕਰ ਲਓ। ਸੇਂਟ ਰਵਿਦਾਸ ਵਾਜ ਬੋਰਨ ਇਨ ਦਾ ਈਅਰ 1377। ਠੀਕ ਹੈ, 1377 ਦੇ ਵਿੱਚ ਸੰਤ ਰਵਿਦਾਸ ਜੀ ਦਾ ਜਨਮ ਹੋਇਆ ਬੇਟਾ। ਇਨ ਬਨਾਰਸ ਵਿੱਚ ਹੋਇਆ ਸੀ। ਠੀਕ ਹੈ, ਹੀ ਵਾਜ ਦਾ ਸਨ ਆਫ ਅ ਕੋਬਲਰ, ਉਹ ਇੱਕ ਮੋਚੀ ਦੇ ਪੁੱਤਰ ਸਨ। ਹੀ ਹੈਡ ਨੋ ਇੰਟਰਸਟ ਇਨ ਮਟੀਰੀਅਲ ਥਿੰਗਸ, ਉਸ ਨੂੰ ਭੌਤਿਕ ਜੋ ਚੀਜ਼ਾਂ ਨੇ ਉਹਨਾਂ ਵਿੱਚ ਕੋਈ ਰੁਚੀ ਨਹੀਂ ਸੀ ਉਹਨਾਂ ਦੀ। ਸੋ ਇਸ ਲਈ ਹੀ ਗੇਨਡ ਸਪਿਰਿਚੁਅਲ ਨੌਲੇਜ, ਇਸ ਕਰਕੇ ਉਹਨਾਂ ਨੇ ਅਧਿਆਤਮਿਕ ਗਿਆਨ ਪ੍ਰਾਪਤ ਕੀਤਾ। ਹੀ ਟੋਲਡ ਪੀਪਲ ਦੈਟ ਆਲ ਆਰ ਇਕੁਅਲ ਇਨ ਦ ਆਈਜ਼ ਆਫ ਗੋਡ, ਉਸਨੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਸਾਰੇ ਲੋਕ ਬਰਾਬਰ ਹਨ। ਦ ਡਿਸਟਿੰਕਸ਼ਨਸ ਆਫ ਕਾਸਟ ਕਲਰ ਐਂਡ ਕ੍ਰੀਡ, ਜੋ ਇਹ ਜਾਤ ਰੰਗ ਧਰਮ ਦੇ ਨਾਂ 'ਤੇ ਜੋ ਭੇਦਭਾਵ ਹੈਗਾ, ਠੀਕ ਹੈ, ਇਹ ਸਾਰਾ ਕੀ ਹੈ, ਇਹ ਮੀਨਿੰਗਲੈਸ ਹੈ, ਵਿਅਰਥ ਹੈ, ਇਸ ਦਾ ਕੋਈ ਅਰਥ ਨਹੀਂ ਹੈ, ਨਿਰਰਥਕ ਹੈ ਇਹ। ਠੀਕ ਹੈ, ਦੇ ਆਰ ਆਲ ਮੈਨ ਮੇਡ, ਇਹ ਸਾਰੇ ਕੁਛ ਜੋ ਬਣਾਇਆ ਹੈ ਕਾਸਟ ਕਲਰ ਕ੍ਰੀਡ ਦਾ ਭੇਦਭਾਵ ਜਿਹੜਾ ਕੀਤਾ ਜਾਂਦਾ ਇਹ ਸਭ ਕੀ ਹੈ, ਮਨੁੱਖ ਦਾ ਬਣਾਇਆ ਹੋਇਆ ਹੈ। ਹੀ ਆਲਵੇਜ਼ ਸੈਡ ਦੈਟ ਅਨਟਚੇਬਿਲਿਟੀ ਇਜ਼ ਅ ਸਿਨ ਅਗੇਂਸਟ ਹਿਊਮੈਨਿਟੀ, ਉਸਨੇ ਕਿਹਾ ਕਿ ਜੋ ਅਨਟਚੇਬਿਲਿਟੀ ਹੈ, ਛੂਆ-ਛੂਤ ਹੈ, ਉਹ ਮਨੁੱਖਤਾ ਲਈ ਇੱਕ ਜੋ ਹੈ ਪਾਪ ਹੈ। ਠੀਕ ਹੈ, ਹੀ ਇੰਸਪਾਇਰਡ ਦਾ ਪੂਅਰ, ਉਸਨੇ ਗਰੀਬਾਂ ਨੂੰ ਪ੍ਰੇਰਿਆ, ਕਿਸ ਲਈ ਪ੍ਰੇਰਿਆ, ਗਰੀਬ ਵੀਕ ਐਂਡ ਬੈਕਵਰਡ। ਠੀਕ ਹੈ, ਗਰੀਬ ਕਮਜ਼ੋਰ ਅਤੇ ਪਿਛੜੇ ਲੋਕਾਂ ਨੂੰ ਉਸਨੇ ਪ੍ਰੇਰਿਆ। ਪੀਪਲ ਨੋਟ ਟੂ ਅਲਾਓ ਨੋਟ ਟੂ ਬਾਓ, ਸੋਰੀ ਅਲਾਓ ਨਹੀਂ ਬਾਓ ਹੈ, ਨੋਟ ਟੂ ਬਾਓ, ਝੁਕਣਾ ਨਹੀਂ, ਟੂ ਦਾ ਅਨਜਸਟ ਡਿਮਾਂਡਸ ਆਫ ਦਾ ਹਾਈ ਕਾਸਟ, ਉੱਚੀ ਜਾਤੀ ਵਾਲਿਆਂ ਦੀ ਜੋ ਅਨਜਸਟ ਹੈ, ਅਨਿਆਂ ਸੰਗਤ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਅੱਗੇ ਝੁਕਣਾ ਨਹੀਂ। ਠੀਕ ਹੈ, ਇਸ ਲਈ ਉਹਨਾਂ ਨੇ ਪ੍ਰੇਰਿਤ ਕੀਤਾ। ਠੀਕ ਹੈ, ਲੋਕਾਂ ਨੂੰ। ਹੀ ਬਲੀਵਡ ਇਨ ਵਨਨੈਸ ਐਂਡ ਓਮਨੀ ਪ੍ਰੈਜੈਂਸ ਆਫ ਗੋਡ, ਉਹ ਜੋ ਹੈ ਪ੍ਰਮਾਤਮਾ ਦੀ ਜੋ ਇੱਕਤਾ, ਕਿ ਪ੍ਰਮਾਤਮਾ ਇੱਕ ਇਸ ਚੀਜ਼ ਵਿੱਚ ਵਿਸ਼ਵਾਸ ਕਰਦੇ ਸਨ। ਐਂਡ ਓਮਨੀ ਪ੍ਰੈਜੈਂਸ ਆਫ ਗੋਡ, ਉਹ ਇਹ ਵੀ ਵਿਸ਼ਵਾਸ ਕਰਦੇ ਸਨ ਕਿ ਪ੍ਰਮਾਤਮਾ ਹਰ ਥਾਂ 'ਤੇ ਮੌਜੂਦ ਹੈ। ਓਮਨੀ ਪ੍ਰੈਜੈਂਸ ਹੈ ਪ੍ਰਮਾਤਮਾ ਦੀ, ਹਰ ਥਾਂ 'ਤੇ ਪ੍ਰਮਾਤਮਾ ਮੌਜੂਦ ਹੈ। ਠੀਕ ਹੈ, ਇਹ ਤੁਹਾਡਾ ਕੰਪਲੀਟ ਹੁੰਦਾ ਬੇਟਾ ਇੱਥੇ। ਅਤੇ ਬਾਕੀ ਲਿਸਨਿੰਗ ਪ੍ਰੈਕਟਿਸ ਵਗੈਰਾ ਇਹ ਤਾਂ ਆਪਾਂ ਕੀਤੀ ਹੋਈ ਹੈ, ਪਹਿਲਾਂ ਤੁਸੀਂ ਫਿਲ ਕਰ ਚੁੱਕੇ ਹੋ ਸਾਰਾ। ਠੀਕ ਹੈ, ਜਸਟ ਆਪਣੀ ਜੋ ਹੈ ਰਾਈਟਿੰਗ ਸਕਿੱਲ ਵਾਲਾ ਪਾਰਟ ਰਹਿੰਦਾ ਸੀ, ਇਹ ਰਾਈਟਿੰਗ ਸਕਿੱਲ ਵਾਲਾ ਅਗਲਾ ਆ ਗਿਆ ਜੀ ਆਪਣਾ ਪੇਜ ਨੰਬਰ 26 'ਤੇ ਜੋ ਦਿੱਤਾ ਹੋਇਆ। ਠੀਕ ਹੈ, ਇਹ ਦੇਖੋ ਕਲੂਜ਼ ਸੀਗੇ ਆਪਣੇ ਕੋਲ, ਸਟੋਨ, ਟਰੇਡਰ, ਸਟੈਚੂ, ਸਕਲਪਚਰ ਟੂਲਸ, ਪ੍ਰਾਈਜ਼ ਮਨੀ, ਇਹ ਆਪਣੇ ਕੋਲ ਹਿੰਟਸ ਸੀਗੇ ਦਿੱਤੇ ਹੋਏ। ਠੀਕ ਹੈ, ਇਹਨਾਂ ਦੇ ਬੇਸਿਸ 'ਤੇ ਇਹਨਾਂ ਦੀ ਵਰਤੋਂ ਵੀ ਕਰ ਸਕਦੇ ਸੀ ਆਪਾਂ। ਅਤੇ ਇਹ ਸਟੋਰੀ ਨੂੰ ਕੰਪਲੀਟ ਕਰਨਾ ਸੀ, ਆਊਟਲਾਈਨ ਇੱਥੇ ਦਿੱਤੀ ਹੋਈ ਹੈ, ਹਿੰਟਸ ਦਿੱਤੇ ਹੋਏ ਨੇ ਇਹ। ਸੋ ਇੱਥੇ ਸਪੇਸ ਘੱਟ ਸੀ, ਸਪੇਸ ਘੱਟ ਹੋਣ ਕਾਰਨ ਆਪਾਂ ਨੇ ਇਸ ਨੂੰ ਅਲੱਗ ਪੇਜ 'ਤੇ ਇੱਥੇ ਸਟੋਰੀ ਨੂੰ ਕੰਪਲੀਟ ਕੀਤਾ ਹੈ। ਠੀਕ ਹੈ, ਸਟੋਰੀ ਥੋੜ੍ਹੀ ਜਿਹੀ ਵੱਡੀ ਹੈ, ਫਿਰ ਵੀ ਮੈਂ ਤੁਹਾਡੇ ਲਈ ਇਸ ਨੂੰ ਪੜ੍ਹ ਦਿੰਦਾ, ਤੁਸੀਂ ਨਾਲ ਦੀ ਨਾਲ ਆਪਣੀ ਵਰਕਬੁੱਕ 'ਤੇ ਇਸ ਨੂੰ ਨੋਟ ਕਰ ਲਓ। ਠੀਕ ਹੈ ਬੇਟਾ, ਵੀਡੀਓ ਨੂੰ ਲਾਈਕ ਕਰ ਦਿਓ, ਜੇਕਰ ਹੁਣ ਤੱਕ ਲਾਈਕ ਨਹੀਂ ਕੀਤਾ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਸ਼ੇਅਰ ਕਰ ਦਿਓ, ਤਾਂ ਕਿ ਸਾਰੇ ਵਿਦਿਆਰਥੀ ਆਪਣੀ ਵਰਕਬੁੱਕ ਪੂਰੀ ਕਰ ਸਕਣ, ਕਿਉਂਕਿ ਫਸਟ ਟਰਮ ਦੇ ਪੇਪਰ ਬਹੁਤ ਨਜ਼ਦੀਕ ਤੁਹਾਡੇ ਆ ਗਏ ਨੇ। ਠੀਕ ਹੈ, ਦਸੰਬਰ ਮਹੀਨੇ ਦੇ ਵਿੱਚ 20 ਤਰੀਕ ਤੋਂ ਹੀ ਸ਼ਾਇਦ ਪੇਪਰ ਆਪਣੇ ਸ਼ੁਰੂ ਨੇ। ਸੋ ਇਸ ਕਰਕੇ ਇਸ ਨੂੰ ਸ਼ੇਅਰ ਜ਼ਰੂਰ ਕਰ ਦੇਣਾ, ਅਤੇ ਜੇਕਰ ਚੈਨਲ ਤੋਂ ਨਵੇਂ ਹੋ ਚੈਨਲ ਨੂੰ ਬੇਟਾ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਸੋ ਆਹ ਸੀ, ਦੇਖੋ ਆਪਾਂ ਨੇ ਸਟੋਰੀ ਕੰਪਲੀਟ ਕੀਤੀ ਹੈ। ਵੰਸ ਅਪੋਨ ਅ ਟਾਈਮ ਅ ਮੈਜੈਸਟਿਕ ਕਿੰਗ ਰੂਲਡ ਇਨ ਕਰਨਾਵਤੀ ਸਟੇਟ। ਠੀਕ ਹੈ, ਮੈਂ ਜਸਟ ਪੜ੍ਹ ਰਿਹਾ ਤਾਂ ਕਿ ਤੁਹਾਨੂੰ ਸ਼ਬਦਾਂ ਦਾ ਪਤਾ ਲੱਗ ਜਾਏ, ਤੁਸੀਂ ਨੋਟ ਕਰ ਸਕੋ। ਵਨ ਡੇ ਅ ਪ੍ਰੀਸੀਅਸ ਸਟੋਨ ਟਰੇਡਰ came to his state and presented a beautiful stone gift to the king. Then the king was very happy to see that stone. He decided to build a statue of Lord Vishnu from that stone and install it in the temple of the state. Okay, then the king ordered his minister to find the best sculptor in the state. The minister went to the best sculptor and instructed him to prepare statue within 7 days. ठीक है, 7 ਦਿਨਾਂ ਦੇ ਵਿੱਚ ਉਸਨੇ ਕਿਹਾ ਕਿ ਸਟੈਚੂ ਬਣਾ ਕੇ ਤਿਆਰ ਕਰੋ। he will be given 50 gold coins, ਉਸ ਨੂੰ ਜੋ ਹੈ ਇਸ ਦੇ ਬਦਲੇ ਇਨਾਮ ਦੇ ਤੌਰ 'ਤੇ 50 gold coins ਮਿਲਣਗੇ। the sculptor started the work immediately, ਉਸਨੇ ਤੁਰੰਤ ਸਕਲਪਟਰ ਨੇ ਯਾਨੀ ਕਿ ਮੂਰਤੀਕਾਰ ਨੇ ਤੁਰੰਤ ਜੋ ਆਪਣਾ ਕੰਮ ਸ਼ੁਰੂ ਕੀਤਾ। he hammered the stone to break it, ਉਸਨੇ ਸਟੋਨ ਨੂੰ ਤੋੜਨ ਵਾਸਤੇ ਉਸਦੇ ਉੱਪਰ ਹਥੌੜਾ ਮਾਰਿਆ। but the stone remain intact, ਪਰੰਤੂ ਉਹ ਟੁੱਟਿਆ ਨਹੀਂ ਹੈਗਾ। ਠੀਕ ਹੈ, he tried 50 times, ਉਸਨੇ 50 ਵਾਰੀ ਕੋਸ਼ਿਸ਼ ਕੀਤੀ। but all in vain, ਪਰੰਤੂ ਸਾਰਾ ਵਿਅਰਥ ਹੋ ਗਿਆ। he took the stone back to the minister, ਉਸਨੇ ਜੋ ਮੰਤਰੀ ਨੂੰ ਵਾਪਸ ਲਿਆ ਕੇ ਸਟੋਨ ਦੇ ਦਿੱਤਾ। the minister did not want the king to be angry, ਮਿਨਿਸਟਰ ਨਹੀਂ ਚਾਹੁੰਦਾ ਸੀ ਕਿ ਰਾਜਾ ਗੁੱਸਾ ਹੋਵੇ, ਕਿ ਜਾ ਕੇ ਵੀ ਉਹ ਰਾਜੇ ਨੇ ਇਹ ਕਹਿਣਾ ਸੀ ਵੀ ਤੂੰ ਜੋ ਹੈ ਸਟੈਚੂ ਨਹੀਂ ਬਣਵਾਇਆ। ਸੋ ਇਸ ਕਰਕੇ ਉਸਨੇ ਕੀ ਕੀਤਾ, he gave
द टास्क टू अ ਸਿੰਪਲ ਸਕਲਪਟਰ। ਉਸਨੇ ਫਿਰ ਇੱਕ ਸਾਦਾ ਜਿਹਾ ਜੋ ਮੂਰਤੀਕਾਰ ਸੀ ਉਸਨੂੰ ਇਹ ਕੰਮ ਦੇ ਦਿੱਤਾ। ਹੀ ਸਕਸੀਡਿਡ ਇਨ ਬ੍ਰੇਕਿੰਗ ਦ ਸਟੋਨ ਇਨ ਦ ਵੈਰੀ ਫਸਟ ਅਟੈਂਪਟ। ਅਤੇ ਉਹ ਜੋ ਦੂਸਰਾ ਮੂਰਤੀਕਾਰ ਸੀ ਸਿੰਪਲ, ਉਸਨੇ ਪਹਿਲੇ ਕੋਸ਼ਿਸ਼ ਕੀਤੀ, ਪਹਿਲੇ ਹੀ ਹਥੌੜਾ ਮਾਰਿਆ ਅਤੇ ਉਹ ਸਫਲ ਹੋ ਗਿਆ, ਸਟੋਨ ਟੁੱਟ ਗਿਆ ਅਤੇ ਉਸਨੇ ਮੂਰਤੀ ਬਣਾ ਦਿੱਤੀ। ਹੀ ਕ੍ਰੀਏਟਿਡ ਬਿਊਟੀਫੁਲ ਸਟੈਚੂ ਆਫ ਦ ਲਾਰਡ ਵਿਸ਼ਨੂੰ। ਉਸਨੇ ਲਾਰਡ ਵਿਸ਼ਨੂੰ ਦੀ ਮੂਰਤੀ ਬਣਾ ਦਿੱਤੀ। ਦ ਮਿਨਿਸਟਰ ਥੋਟ ਇਫ ਦ ਫਸਟ ਸਕਲਪਟਰ ਹੈਡ ਡਨ ਵਨ ਮੋਰ ਫਾਈਨਲ ਐਫਰਟ। ਮਿਨਿਸਟਰ ਨੇ ਸੋਚਿਆ ਕਿ ਜੇਕਰ ਉਹ ਪਹਿਲਾ ਮੂਰਤੀਕਾਰ ਸੀ, ਜੇਕਰ ਇੱਕ ਫਾਈਨਲ ਕੋਸ਼ਿਸ਼ ਹੋਰ ਕਰ ਲੈਂਦਾ, ਹੀ ਵੁੱਡ ਹੈਵ ਬੀਨ ਇੰਟਾਈਟਲਡ ਟੂ 50 ਗੋਲਡ ਕੋਇਨਸ। ਉਸ ਨੂੰ 50 ਸੋਨੇ ਦੇ ਸਿੱਕਿਆਂ ਮਿਲ ਸਕਦੇ ਸੀ, ਠੀਕ ਹੈ। ਪਰੰਤੂ ਉਸਨੇ ਵਿਚਕਾਰ ਛੱਡਤਾ। ਉਹਨੇ ਸੋਚਿਆ ਕਿ 50 ਵਾਰੀ ਕੋਸ਼ਿਸ਼ ਕੀਤੀ, ਨਹੀਂ ਹੋਈ, ਤਾਂ 51ਵੀਂ ਵਾਰ 51 ਜੋ ਕੋਸ਼ਿਸ਼ ਉਹਨੇ ਕੀਤੀ ਨਹੀਂ ਹੈਗੀ, ਠੀਕ ਹੈ। ਜੇ ਕਰ ਲੈਂਦਾ ਤਾਂ ਸ਼ਾਇਦ ਉਹ 50 ਗੋਲਡ ਕੋਇਨਸ ਉਹ ਲੈ ਸਕਦਾ ਸੀ, ਜਿੱਤ ਸਕਦਾ ਸੀ। ਤਾਂ ਸਟੋਰੀ ਤੋਂ ਆਪਾਂ ਨੂੰ ਸਿੱਖਿਆ ਕੀ ਮਿਲਦੀ ਹੈ? ਡੋਂਟ ਕਵਿਟ ਅੰਟਿਲ ਯੂ ਸਕਸੀਡ। ਜਦੋਂ ਤੱਕ ਸਫਲ ਨਹੀਂ ਹੋ ਉਦੋਂ ਤੱਕ ਜੋ ਹੈ ਆਪਾਂ ਨੂੰ ਕੁਇਟ ਨਹੀਂ ਕਰਨਾ ਚਾਹੀਦਾ, ਕੰਮ ਨਹੀਂ ਛੱਡਣਾ ਚਾਹੀਦਾ, ਠੀਕ ਹੈ। ਸੋ ਅੱਗੇ ਥੋੜ੍ਹਾ ਜਿਹਾ ਹੋਰ ਬੇਟਾ ਰਹਿ ਗਿਆ। ਇਹ ਰਾਈਟਿੰਗ ਸਕਿੱਲ ਹੈ। ਇਹ ਪੇਜ ਨੰਬਰ ਤੁਹਾਡਾ 31 ਹੈ। ਇਹ 31 ਤੇ ਦਿੱਤੀ ਹੋਈ ਹੈ। ਇਮੇਜਿਨ ਯੂ ਆਰ ਹੈਰੀ, ਰਾਈਟ ਅ ਲੈਟਰ ਟੂ ਸੰਦੀਪ ਨਰੇਟਿੰਗ ਯੂਅਰ ਫੀਲਿੰਗਸ ਆਫਟਰ ਯੂਅਰ ਗਿਫਟਸ ਵਰ ਸਨੈਚਡ ਅਵੇ ਫਰੋਮ ਯੂ, ਠੀਕ ਹੈ। ਤੁਹਾਡੇ ਤੋਂ ਜਿਹੜੇ ਤੁਹਾਡੇ ਗਿਫਟ ਨੇ ਉਹ ਖੋਲੇ ਗਏ ਨੇ ਅਤੇ ਆਪਣੀਆਂ ਫੀਲਿੰਗਸ ਤੁਸੀਂ ਲਿਖਣੀਆਂ ਨੇ, ਠੀਕ ਹੈ। ਸੰਦੀਪ ਨੂੰ ਤੁਸੀਂ ਲੈਟਰ ਲਿਖਣਾ ਹੈ। ਇਹ ਆਪਣੇ ਲੈਸਨ ਦੇ ਬੇਸ 'ਤੇ ਹੈਗਾ ਬੇਟਾ, ਠੀਕ ਹੈ। ਇੱਥੇ ਕੋਈ ਵੀ ਐਡਰੈਸ ਤੁਸੀਂ ਲਿਖ ਲਓਗੇ। ਮੈਂ ਐਡਰੈਸ ਇੱਥੇ ਲਿਖ ਦਿੱਤਾ ਹੈ 171 ਬਹਿਰ ਜੱਜ ਪਟਿਆਲਾ ਸਿਟੀ, ਓਕੇ, ਠੀਕ ਹੈ। ਜੂਨ 10 ਇੱਥੇ ਕੋਈ ਵੀ ਡੇਟ ਆਪਾਂ ਲਿਖ ਦਾਂਗੇ। ਡੇਟ ਇਸੇ ਤਰ੍ਹਾਂ ਲਿਖਦੇ, ਧਿਆਨ ਰੱਖਣਾ ਮਹੀਨੇ ਦਾ ਪੂਰਾ ਨਾਮ ਲਿਖਣਾ ਹੈ, ਫਿਰ ਇਸ ਤਰ੍ਹਾਂ ਅਤੇ ਈਅਰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ, ਠੀਕ ਹੈ। ਡੀਅਰ ਸੰਦੀਪ, ਅੱਜ ਤੁਸੀਂ ਬੇਟਾ ਫਿਲ ਕਰ ਲਓ ਆਪਣੀ ਬੁੱਕ ਦੇ ਵਰਕਬੁੱਕ ਦੇ ਵਿੱਚ। ਦ ਨਿਊਜ਼ ਆਈ ਐਮ ਗੋਇੰਗ ਟੂ ਡਿਸਕਲੋਜ਼ ਵਿਲ ਫੀਲ ਯੂ, ਇੱਥੇ ਬੇਟਾ ਫਿਲ ਹੈ, ਫਿਲ ਯੂ ਵਿਦ ਸੋਰੋ, ਠੀਕ ਹੈ। ਜੋ ਖਬਰ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਤੁਹਾਨੂੰ ਜੋ ਦੁੱਖ ਨਾਲ ਭਰ ਦੇਵੇਗੀ। ਆਈ ਕੁਡ ਨੋਟ ਕੀਪ ਮਾਈ ਵਰਡਸ, ਮੈਂ ਆਪਣੇ ਜੋ ਹੈ ਸ਼ਬਦ ਨਹੀਂ ਰੱਖੇ, ਯਾਨੀ ਕਿ ਆਪਣਾ ਵਾਅਦਾ ਪੂਰਾ ਨਹੀਂ ਕੀਤਾ, ਠੀਕ ਹੈ। ਦ ਸੇਜ ਆਸਕਡ ਮੀ ਟੂ ਹੈਲਪ ਦ ਪੂਅਰ, ਜੋ ਸਾਧੂ ਸੀ, ਸੇਜ ਸੀ, ਉਸਨੇ ਮੈਨੂੰ ਗਰੀਬਾਂ ਦੀ ਮਦਦ ਕਰਨ ਲਈ ਕਿਹਾ ਸੀ। ਬਟ ਆਈ ਡਿਡ ਨੋਟ ਹੈਲਪ ਦ ਨੀਡੀ ਵਨਸ, ਪਰੰਤੂ ਮੈਂ ਗਰੀਬਾਂ ਦੀ ਜ਼ਰੂਰਤਮੰਦਾਂ ਦੀ ਮਦਦ ਨਹੀਂ ਕੀਤੀ। ਨਾਓ ਮਾਈ ਹਾਊਸ ਹੈਜ਼ ਬੀਨ ਸਨੈਚਡ ਅਵੇ ਫਰੋਮ ਮੀ, ਹੁਣ ਮੇਰਾ ਘਰ ਮੇਰੇ ਤੋਂ ਖੋਲਿਆ ਗਿਆ ਹੈ। ਮਾਈ ਕਾਊਜ਼ ਹੈਵ ਵੈਨਿਸ਼ਡ, ਮੇਰੀਆਂ ਗਾਵਾਂ ਖਤਮ ਹੋ ਗਈਆਂ ਹਨ। ਆਈ ਹੈਵ ਬੀਨ ਰੂਇੰਡ, ਮੈਂ ਤਬਾਹ ਹੋ ਗਿਆ ਹਾਂ। ਆਈ ਸ਼ੁੱਡ ਨੋਟ ਹੈਵ ਈਟਨ ਮਾਈ ਵਰਡਸ, ਮੈਨੂੰ ਆਪਣੇ ਜੋ ਹੈ ਵਾਅਦਾ ਜੋ ਹੈ ਨਹੀਂ ਤੋੜਨਾ ਚਾਹੀਦਾ ਸੀ, ਠੀਕ ਹੈ। ਟੂ ਈਟ ਵਰਡ ਹੁੰਦਾ ਬੇਟਾ ਵਾਅਦਾ ਤੋੜਨਾ ਹੁੰਦਾ, ਠੀਕ ਹੈ। ਆਈ ਸ਼ੁੱਡ ਨੋਟ ਹੈਵ ਈਟਨ ਮਾਈ ਵਰਡਸ, ਮੈਨੂੰ ਆਪਣਾ ਵਾਅਦਾ ਨਹੀਂ ਤੋੜਨਾ ਚਾਹੀਦਾ ਸੀ। ਆਈ ਹੋਪ ਯੂ ਵਿਲ ਸ਼ੋਰਲੀ ਹੈਲਪ ਮੀ, ਤੁਸੀਂ ਮੇਰੀ ਮਦਦ ਕਰੋਗੇ, ਠੀਕ ਹੈ। ਯੋਰਸ ਹੈਰੀ। ਇਹ ਤੁਹਾਡਾ ਲੈਟਰ ਕੰਪਲੀਟ ਹੋ ਗਿਆ ਜੀ, ਠੀਕ ਹੈ। ਸੋ ਇਸ ਤਰ੍ਹਾਂ ਇਹ ਰਾਈਟਿੰਗ ਸਕਿੱਲ ਸੀ ਬੇਟਾ। ਆਪਣੇ 6 ਲੈਸਨ ਇੱਥੇ ਕੰਪਲੀਟ ਹੁੰਦੇ ਨੇ। ਬਾਕੀ 7ਵਾਂ 8ਵਾਂ 9ਵਾਂ 10ਵਾਂ 11ਵਾਂ 12ਵਾਂ ਟੋਟਲ 12 ਲੈਸਨਸ ਨੇ ਆਪਣੇ ਸਿਲੇਬਸ ਦੇ ਵਿੱਚ, ਬੁੱਕ ਦੇ ਵਿੱਚ। ਬਾਕੀ ਦੇ ਲੈਸਨਸ ਬਿਲਕੁਲ ਕੰਪਲੀਟ ਜੋ ਹੈ ਚੈਨਲ ਦੇ ਉੱਪਰ ਅਪਲੋਡ ਹੋ ਚੁੱਕੇ ਨੇ। ਉੱਥੋਂ ਦੇਖ ਕੇ ਤੁਸੀਂ ਆਪਣੀ ਸੈਕੰਡ ਟਰਮ ਲਈ ਵੀ ਆਪਣੀ ਵਰਕ ਬੁੱਕ ਨੂੰ ਤੁਸੀਂ ਕੰਪਲੀਟ ਕਰ ਸਕਦੇ ਹੋ। ਬੇਟਾ ਵੀਡੀਓ ਨੂੰ ਲਾਈਕ ਕਰ ਦੇਣਾ ਪਲੀਜ਼ ਅਤੇ ਸ਼ੇਅਰ ਕਰਨਾ। ਜੇਕਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਥੈਂਕ ਯੂ ਵੈਰੀ ਮੱਚ, ਬਾਏ ਬਾਏ।